ਸਾਰੇ ਪਿਆਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਬੇਟਾ ਆਪਾਂ ਕਰ ਰਹੇ ਸੀ ਆਪਣੀ ਪੰਜਾਬੀ ਵਿਆਕਰਣ ਦਾ ਪਾਠ ਨੰਬਰ 1, ਜਿਸ ਦਾ ਨਾਮ ਹੈ ਭਾਸ਼ਾ, ਲਿਪੀ ਅਤੇ ਵਿਆਕਰਣ। ਸੋ ਪਾਰਟ 1 ਦੀ ਵੀਡੀਓ ਦੇ ਵਿੱਚ ਆਪਾਂ ਕੀਤਾ ਸੀ ਭਾਸ਼ਾ ਦੇ ਬਾਰੇ ਗਿਆਨ ਪ੍ਰਾਪਤ ਕੀਤਾ ਸੀ, ਔਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਲਿਪੀ ਅਤੇ ਵਿਆਕਰਣ ਦੇ ਬਾਰੇ ਪੜਾਂਗੇ। ਠੀਕ ਹੈ। ਸੋ ਬੇਟਾ, ਜਦੋਂ ਕਿਸੇ ਵੀ ਭਾਸ਼ਾ ਦਾ ਵਿਕਾਸ ਹੁੰਦਾ ਹੈ, ਕੋਈ ਵੀ ਭਾਸ਼ਾ ਬਣਦੀ ਹੈ, ਚਾਹੇ ਕੋਈ ਪੰਜਾਬੀ ਭਾਸ਼ਾ ਹੈ ਜਾਂ ਹਿੰਦੀ ਹੈ, ਇੰਗਲਿਸ਼ ਹੈ, ਕੋਈ ਵੀ ਭਾਸ਼ਾ ਹੈ, ਤਾਂ ਉਸਦੇ ਵਿਕਾਸ ਮਗਰੋਂ ਮਨੁੱਖ ਨੂੰ ਧੁਨੀਆਂ ਨੂੰ ਨਿਸ਼ਚਿਤ ਰੂਪ ਦੇਣ ਦੀ ਲੋੜ ਮਹਿਸੂਸ ਹੋਈ। ਮਤਲਬ ਜਦੋਂ ਕੋਈ ਵੀ ਭਾਸ਼ਾ ਬਣਦੀ ਹੈ ਤਾਂ ਉਸ ਜੋ ਜਿਹੜੀ ਆਵਾਜ਼ਾਂ ਹੁੰਦੀਆਂ, ਧੁਨੀਆਂ ਹੁੰਦੀਆਂ ਹਨ, ਉਹਨਾਂ ਨੂੰ ਇੱਕ ਨਿਸ਼ਚਿਤ ਰੂਪ ਦੇਣ ਦੀ ਲੋੜ ਮਹਿਸੂਸ ਹੋਈ। ਤਾਂ ਇਸੇ ਲੋੜ ਸਦਕਾ ਮਨੁੱਖ ਨੇ ਧੁਨੀਆਂ ਨੂੰ ਚਿੰਨ੍ਹਾਂ ਦਾ ਰੂਪ ਦੇਣਾ ਸ਼ੁਰੂ ਕੀਤਾ ਸੀ। ਸੋ ਜਦੋਂ ਵੀ ਕਿਸੇ ਭਾਸ਼ਾ ਨੂੰ ਲਿਖਣ ਲਈ, ਠੀਕ ਹੈ, ਕੁਝ ਚਿੰਨ੍ਹਾਂ ਦੀ ਲੋੜ ਹੁੰਦੀ ਹੈ, ਚਿੰਨ੍ਹ ਵਰਤੇ ਜਾਂਦੇ ਹਨ, ਠੀਕ ਹੈ, ਜਿਨ੍ਹਾਂ ਦੇ ਨਾਲ ਕਿ ਉਹ ਜਿਹੜਾ ਆਪਾਂ ਬੋਲਦੇ ਹਾਂ ਉਸ ਨੂੰ ਪਹਿਚਾਣਿਆ ਜਾ ਸਕੇ, ਉਸ ਨੂੰ ਲਿਖਿਆ ਜਾ ਸਕੇ। ਸੋ ਇਹਨਾਂ ਚਿੰਨ੍ਹਾਂ ਨੂੰ ਹੀ ਲਿਪੀ ਕਿਹਾ ਜਾਂਦਾ ਹੈ। ਹਰ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ। ਜਿਵੇਂ ਹਿੰਦੀ ਦੀ ਲਿਪੀ ਕਿਹੜੀ ਹੈ? ਦੇਵਨਾਗਰੀ। ਅੰਗਰੇਜ਼ੀ ਦੀ ਹੈ ਰੋਮਨ, ਔਰ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ। ਠੀਕ ਹੈ। ਸੋ ਆਪਾਂ ਲਿਪੀ ਦੀ ਪਰਿਭਾਸ਼ਾ ਕੀ ਦੇਵਾਂਗੇ ਕਿ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਜਿਨ੍ਹਾਂ ਅੱਖਰਾਂ, ਲਗਾ ਮਾਤਰਾਵਾਂ ਅਤੇ ਲਗਾਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਲਿਪੀ ਆਖਦੇ ਹਨ। ਮਤਲਬ ਕਿਸੇ ਵੀ ਭਾਸ਼ਾ ਨੂੰ ਲਿਖਣ ਲਈ ਜਿਹੜੇ ਅੱਖਰ ਵਰਤੇ ਜਾਂਦੇ ਹਨ, ਉਹਨਾਂ ਨੂੰ ਮਾਤਰਾਵਾਂ ਲਾਈਆਂ ਜਾਂਦੀਆਂ ਹਨ, ਲਗਾ ਮਾਤਰਾ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਲਿਪੀ। ਠੀਕ ਹੈ। ਸੋ ਇੱਕ ਹੋਰ ਗੱਲ ਹੈ ਕਿ ਕੋਈ ਵੀ ਭਾਸ਼ਾ ਹੈ ਉਹਨੂੰ ਕਿਸੇ ਵੀ ਲਿਪੀ ਵਿੱਚ ਲਿਖਿਆ ਜਾ ਸਕਦਾ। ਜਿਵੇਂ ਕਿ ਦੇਖੋ, ਉਦਾਹਰਨ ਦੇਖੋ, ਮੈਂ ਕਿਸੇ ਨਾਲ ਨਹੀਂ ਲੜਦਾ, ਇਹ ਪੰਜਾਬੀ ਭਾਸ਼ਾ 'ਚ ਲਿਖਿਆ ਗਿਆ ਹੈ। ਠੀਕ ਹੈ। ਤਾਂ ਇਹਦੀ ਲਿਪੀ ਕਿਹੜੀ ਹੈ? ਗੁਰਮੁਖੀ। ਔਰ ਮੈਂ ਕਿਸੇ ਨਾਲ ਨਹੀਂ ਲੜਦਾ, ਇਹ ਵਰਡ ਤਾਂ ਬੇਟਾ ਦੇਖੋ ਭਾਸ਼ਾ ਇਹਦੇ ਵਿੱਚ ਪੰਜਾਬੀ ਹੀ ਵਰਤੀ ਗਈ ਹੈ, ਪਰ ਇਹਨੂੰ ਲਿਪੀ ਕਿਹੜੀ ਦੇ ਵਿੱਚ ਲਿਖਿਆ ਗਿਆ ਹੈ? ਦੇਵਨਾਗਰੀ। ਦੇਵਨਾਗਰੀ ਕਿਹੜੀ ਭਾਸ਼ਾ ਦੀ ਲਿਪੀ ਹੈ? ਹਿੰਦੀ ਦੀ। ਸੋ ਮੈਂ ਕਿਸੇ ਨਾਲ ਨਹੀਂ ਲੜਦਾ, ਇਸ ਨੂੰ ਅਗਰ ਹਿੰਦੀ ਵਿੱਚ ਲਿਖ ਦੇਵਾਂਗੇ ਤਾਂ ਇਹ ਕਿਹੜੀ ਲਿਪੀ ਬਣ ਜਾਏਗੀ? ਦੇਵਨਾਗਰੀ। ਇਸੇ ਤਰ੍ਹਾਂ ਹੀ ਆਪਾਂ ਸੈਂਟੈਂਸ ਦਾ ਹੀ ਲਿਖਣਾ ਹੈ, ਮੈਂ ਕਿਸੇ ਨਾਲ ਨਹੀਂ ਲੜਦਾ। ਜੇ ਆਪਾਂ ਇਹਨੂੰ ਇੰਗਲਿਸ਼ ਦੇ ਵਿੱਚ ਲਿਖ ਦਾਂਗੇ, ਮੈਂ ਕਿਸੇ ਨਾਲ ਨਹੀਂ ਲੜਦਾ, ਤਾਂ ਇਹ ਭਾਸ਼ਾ ਤਾਂ ਦੇਖੋ ਬੇਟਾ ਪੰਜਾਬੀ ਹੀ ਹੈ। ਪੰਜਾਬੀ ਭਾਸ਼ਾ ਦੇ ਵਿੱਚ ਲਿਖੇ ਗਏ ਹਨ ਤਿੰਨੋਂ ਸੈਂਟੈਂਸ, ਪਰ ਇਹਨਾਂ ਦੇ ਲਿਖਣ ਦੇ ਲਈ ਜਿਹੜੇ ਚਿੰਨ੍ਹ ਵਰਤੇ ਗਏ ਹਨ, ਜੇ ਉਹਨਾਂ ਨੂੰ ਆਪਾਂ ਚੇਂਜ ਕਰ ਦਿੰਦੇ ਹਾਂ ਤਾਂ ਇਹਨਾਂ ਦੀ ਲਿਪੀ ਵੀ ਚੇਂਜ ਹੋ ਜਾਏਗੀ। ਜਿੱਦਾਂ ਕਿ ਪਹਿਲਾ ਸੈਂਟੈਂਸ ਲਿਖਿਆ ਗਿਆ ਹੈ ਪੰਜਾਬੀ ਦੇ ਵਿੱਚ, ਠੀਕ ਹੈ, ਤਾਂ ਇਹਦੀ ਲਿਪੀ ਕਿਹੜੀ ਹੈ? ਗੁਰਮੁਖੀ। ਦੂਸਰਾ ਸੈਂਟੈਂਸ ਹੈ ਤਾਂ ਪੰਜਾਬੀ ਦਾ, ਬਟ ਇਹਦੇ ਲਈ ਲਿਪੀ ਕਿਹੜੀ ਵਰਤੀ ਗਈ ਹੈ? ਦੇਵਨਾਗਰੀ। ਔਰ ਤੀਸਰੇ ਸੈਂਟੈਂਸ ਦੇ ਵਿੱਚ ਭਾਸ਼ਾ ਤਾਂ ਪੰਜਾਬੀ ਹੀ ਹੈ, ਬਟ ਇਹਦੇ ਲਈ ਲਿਪੀ ਕਿਹੜੀ ਵਰਤੀ ਗਈ ਹੈ? ਰੋਮਨ। ਇੰਗਲਿਸ਼ ਦੀ ਲਿਪੀ ਕਿਹੜੀ ਹੈ? ਰੋਮਨ। ਠੀਕ ਹੈ। ਸੋ ਕੋਈ ਵੀ ਭਾਸ਼ਾ ਹੁੰਦੀ ਹੈ ਉਸਨੂੰ ਕਿਸੇ ਵੀ ਲਿਪੀ ਵਿੱਚ ਆਪਾਂ ਲਿਖ ਸਕਦੇ ਹਾਂ। ਸੋ ਹੁਣ ਆਪਾਂ ਗਿਆਨ ਪ੍ਰਾਪਤ ਕਰਾਂਗੇ ਆਪਣੀ ਗੁਰਮੁਖੀ ਲਿਪੀ ਦੇ ਬਾਰੇ। ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ? ਗੁਰਮੁਖੀ। ਠੀਕ ਹੈ। ਸੋ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਇੱਕ ਵਿਗਿਆਨਿਕ, ਢੁਕਵੀਂ ਤੇ ਫੱਬਵੀਂ ਲਿਪੀ ਹੈ। ਜਦੋਂ ਵਰਨਾਂ ਜਾਂ ਅੱਖਰਾਂ ਨੂੰ ਸਿਲਸਿਲੇ ਇੱਕ ਲੜੀ ਅਨੁਸਾਰ ਕਿਸੇ ਤਰੀਕੇ ਦੇ ਨਾਲ ਲਿਖਿਆ ਜਾਂਦਾ ਹੈ ਤਾਂ ਉਸ ਨੂੰ ਵਰਣਮਾਲਾ ਕਿਹਾ ਜਾਂਦਾ ਹੈ। ਜਦੋਂ ਵਰਨਾਂ ਜਾਂ ਅੱਖਰਾਂ ਨੂੰ ਸਿਲਸਿਲੇਵਾਰ ਲੜੀ ਅਨੁਸਾਰ ਲਿਖਿਆ ਜਾਂਦਾ ਹੈ, ਤਰੀਕੇ ਨਾਲ ਲਿਖਿਆ ਜਾਂਦਾ ਹੈ, ਤਾਂ ਇੱਕ ਵਰਣਮਾਲਾ ਬਣ ਜਾਂਦੀ ਹੈ। ਔਰ ਵਰਣਮਾਲਾ ਦੇ ਅੱਖਰਾਂ ਨਾਲ ਲਗਾ ਮਾਤਰਾ ਲਗਾ ਕੇ ਗੁਰਮੁਖੀ ਲਿਪੀ ਬਣਦੀ ਹੈ। ਔਰ ਹੁਣ ਸਵਾਲ ਆਉਂਦਾ ਹੈ ਕਿ ਵਰਣਮਾਲਾ ਕਿਹੜੀ ਹੁੰਦੀ ਹੈ ਔਰ ਲਗਾ ਮਾਤਰਾ ਕਿਹੜੀਆਂ ਹੁੰਦੀਆਂ ਹਨ। ਸੋ ਜਿਹੜੀ ਗੁਰਮੁਖੀ ਲਿਪੀ ਹੈ, ਇਸ ਦੇ ਵਿੱਚ ਪਹਿਲਾਂ 35 ਅੱਖਰ ਹੁੰਦੇ ਸਨ। ਠੀਕ ਹੈ। ਇਸ ਕਾਰਨ ਇਸ ਨੂੰ 35 ਵੀ ਕਿਹਾ ਜਾਂਦਾ ਸੀ। ਸੋ ਬੇਟਾ, ਇਹ ਹਨ ਗੁਰਮੁਖੀ ਲਿਪੀ ਦੇ 35 ਅੱਖਰ। ਊੜੇ ਤੋਂ ਲੈ ਕੇ ੜਾੜੇ ਤੱਕ ਹਨ 35 ਅੱਖਰ, ਇਸ ਲਈ ਇਹਨੂੰ 35 ਅੱਖਰੀ ਕਿਹਾ ਜਾਂਦਾ ਹੈ। ਮਤਲਬ ਪਹਿਲਾਂ 35 ਅੱਖਰ ਹੁੰਦੇ ਸੀ ਤੇ ਇਸ ਲਈ ਗੁਰਮੁਖੀ ਲਿਪੀ ਨੂੰ 35 ਅੱਖਰੀ ਕਿਹਾ ਜਾਂਦਾ ਸੀ। ਪਰ ਹੁਣ ਕੀ ਹੈ, ਬਾਅਦ ਵਿੱਚ 6 ਅੱਖਰ ਨਵੇਂ ਜੁੜ ਗਏ। ਗੁਰਮੁਖੀ ਵਰਣਮਾਲਾ ਦੇ ਵਿੱਚ 6 ਅੱਖਰ ਨਵੇਂ ਜੁੜਨ ਦੇ ਨਾਲ ਇਸ ਦੀ ਗਿਣਤੀ ਹੋ ਗਈ ਹੈ 41। ਠੀਕ ਹੈ। ਪੈਰ 'ਚ ਬਿੰਦੀ ਪੈਣ ਵਾਲੇ 6 ਅੱਖਰ ਨਵੇਂ ਜੁੜਨ ਦੇ ਨਾਲ ਪੰਜਾਬੀ ਵਰਣਮਾਲਾ ਦੀ ਗਿਣਤੀ ਕਿੰਨੀ ਹੋ ਗਈ? ਅੱਖਰਾਂ ਦੀ ਗਿਣਤੀ ਹੋ ਗਈ ਹੈ 41। ਠੀਕ ਹੈ। ਸੋ ਇਸ ਦੇ ਪਹਿਲੇ ਜਿਹੜੇ ਵਰਗ ਹੈ ਉਸ ਨੂੰ ਕਿਹਾ ਜਾਂਦਾ ਹੈ ਮੁੱਖ ਵਰਗ। ਟੋਟਲ ਵਰਗ ਕਿੰਨੇ ਹਨ ਗੁਰਮੁਖੀ ਵਰਣਮਾਲਾ ਦੇ? 8 ਵਰਗ ਹਨ। 1 2 3 4 5 6 7 8। ਠੀਕ ਹੈ।
ਸੋ ਜਿਹੜਾ ਪਹਿਲਾ ਵਰਗ ਹੈ ਉਸ ਨੂੰ ਕਹਿੰਦੇ ਹਨ ਮੁੱਖ ਵਰਗ। ਦੂਸਰੇ ਵਰਗ ਨੂੰ ਕਿਹਾ ਜਾਂਦਾ ਹੈ ਕਵਰਗ, ਕ ਵਾਲਾ ਕਵਰਗ। ਤੀਸਰਾ ਵਰਗ ਹੈ ਚਵਰਗ, ਚੌਥਾ ਹੈ ਟਵਰਗ, फिर आउंदा है तवर्ग, अगला है प वाला पवर्ग, ये वाला है अंतिम वर्ग। और जिहड़ा नवा वर्ग ऐड होया है उसनूं कहा जाता है नवीन टोली। सो बेटा ये तो सी तुहाडी गुरमुखी लिपि दे बारे कि पंजाबी दी जिहड़ी लिपि है वो है गुरमुखी लिपि और इस दे विच कुल 41 अखर हैं और जिन्हां नूं कि 8 वर्गां दे विच वंडिया गया है। और आपां थोड़ी रिवीजन करते हैं कि लिपि किस नूं कहा जाता है कि किसी भी भाषा नूं लिखती रूप देने लई जिन्हां अखरां लगा मात्रावां अते लगांखरां दी वरतों कीती जाती है उसनूं लिपि आखदे हैं। ठीक है, और हर एक भाषा की लिपि अलग अलग हुंदी है। इस तरह अपनी पंजाबी भाषा की लिपि किहड़ी है गुरमुखी। ठीक है, सो अगे आपां करांगे व्याकरण। ठीक है, हाँ जी बेटा अगे आउंदा है व्याकरण है ना। सो व्याकरण हर एक भाषा की अलग अलग होंदी है, जिद्दां कि हर एक भाषा की लिपि अलग अलग होंदी है उस तरह व्याकरण भी अलग अलग होंदे और उसके अपने ही नियम होंदे हैं। इस तरह असीं परिभाषा दे सकते हैं कि किसी भी भाषा नूं शुद्ध रूप विच लिखण, बोलण ते पढ़न दे जो नियम प्रवान किए जाते हैं उन्हां नियमां नूं उस भाषा की व्याकरण कहा जाता है। किसी भाषा की वरतों के नियमां नूं व्याकरण आखदे हैं कि किसी भाषा की वरतों के नियमां नूं व्याकरण आखदे हैं कि कुछ भी लिखना हुंदा है, हर एक भाषा दे विच कुछ भी लिखना हुंदा तो उसके कुछ नियम हुंदे हैं कि आपां अखरां नूं किद्दां लिखना है। ठीक है, सो उन्हां सारे नियमां नूं की कहा जाता है व्याकरण कहा जाता है। और व्याकरण के भाग जिद्दां देखो कोई भी काम करना हुंदा उन्होंने अगर आपां पार्ट्स दे विच डिवाइड करके अलग अलग हिस्सों दे विच डिवाइड करके सीखते हैं तो आपां उसनूं जल्दी और वधिया तरीके नाल सीख सकते हाँ। इस तरह ही इन्होंने व्याकरण के 3 भाग मन्ने हैं। किहड़े किहड़े हैं? अखर या वर्णबोध, अगला है शब्दबोध, तीसरा है वाकबोध। वाकबोध ठीक है बेटा, एक व्याकरण का भाग होर भी है, टोटल मिला के 4 भाग हैं व्याकरण के। चौथा है अर्थबोध। ठीक है, अर्थबोध मैंशन नहीं किया गया बुक च बट एक्चुअल च व्याकरण के 4 भाग होंदे हैं। ठीक है, अखर या वर्णबोध, शब्दबोध, वाकबोध और चौथा हुंदा है अर्थबोध। सो अज दी इस वीडियो दे विच एक बारी आपां इन्हां सारियां दी इंट्रोडक्शन करांगे, बट अगलियां वीडियोज़ विच आपां इन्हां सारियां नूं अलग अलग पाठ अलग अलग लैसनस दे विच आपां पूरी डिस्कस करांगे। ठीक है, सो पहला है अखर या वर्णबोध। अखर या वर्णबोध अंतर्गत वर्णां, लगां, लगांखरां ते अर्ध स्वरां बारे दस्सिया जांदा है। देखो जिद्दां कि पंजाबी दी जिहड़ी वर्णमाला दे अखर हन, जिहड़े पंजाबी नूं लिखण दे चिन्ह हन, और पंजाबी लिपि दे चिन्ह जिहड़े ऊड़ा ऐड़ा है ना वर्णमाला है, सो इस दे विच उन्हां अखरां दा दे नियमां नूं जाणिया जांदा है, उन्हां दे बारे जानकारी दित्ती जांदी है और उन्हां दे विच लगां, लगांखर ते अर्ध स्वरां बारे भी दस्सिया जांदा है। ठीक है, सो अखर या वर्णबोध विच की हुंदा है? वर्णबोध या अखरबोध के अंतर्गत वर्णां, वर्णमाला ठीक है, जिहड़े अपने गुरमुखी लिपि के चिन्ह हैं, अखर हैं ऊड़े आड़े वाले है ना, सो इस दे अंतर्गत वर्णां, लगा, मात्रा ते अर्ध स्वरां बारे दस्सिया जांदा है। और अगला आउंदा है शब्दबोध। देखो बेटा सब तो पहला हुंदे हैं अखर। ठीक है, सिंगल सिंगल अखर, सब तो छोटी इकाई, भाषा की सब तो छोटी इकाई नूं अखर या वर्ण कहा जाता है ना। सो अखर, अखरां तो की बनता है शब्द, शब्दबोध, और शब्दां तो की बनता है वाकबोध। ठीक है, पहला हुंदे अखर, अखरां नूं जोड़ के आपां बनाईदा है शब्द, और सारे शब्दां नूं जोड़ के की बनता है पूरा सेंटेंस बनता है, की बनता है वाक, वाक नूं कहंदे आ सेंटेंस। ठीक है, सो अखर या वर्णबोध दे विच तां आपां नूं ज्ञान प्राप्त हुंदा है किन्हां दे नियमां दा? वर्णा, लगा, लगांखरां ते अर्ध स्वरां बारे दस्सिया जांदा है। अगे शब्दबोध। शब्दबोध दे विच की आएगा? इस विच शब्द बनतर, शब्दां नूं किवें बनाउणा है, शब्दां दी वंड ਅਤੇ रूपांतरण बारे दस्सिया जाता है। शब्दों के बारे ज्ञान दिता जाता कि आपां शब्द किद्दां, अखरां तो आपां शब्द किवें बनाउणे हन। ठीक है, तीसरा हुंदा है वाक। वाकबोध अंतर्गत वाक बनतर, वाक किवें बनाईदे हन,
ਔਰ ਵਾਕਾਂ ਦੀਆਂ ਕਿਸਮਾਂ, ਕਿੰਨੀ ਤਰ੍ਹਾਂ ਦੇ ਵਾਕ ਹੁੰਦੇ ਹਨ ਔਰ ਵਾਕ ਵਟਾਂਦਰੇ ਅਤੇ ਵਿਸ਼ਰਾਮ ਚਿੰਨ੍ਹਾਂ ਬਾਰੇ ਦੱਸਿਆ ਜਾਂਦਾ ਹੈ। ਚੌਥਾ ਜਿਹੜਾ ਪੁਆਇੰਟ ਦੱਸਿਆ ਹੈ ਅਰਥਬੋਧ। ਅਰਥਬੋਧ ਦੇ ਵਿੱਚ ਹੁੰਦਾ ਹੈ ਇਸ ਦੇ ਵਿੱਚ ਵਿਰੋਧੀ ਸ਼ਬਦਾਂ, ਸਮਾਨਾਰਥਕ ਸ਼ਬਦਾਂ, ਬਹੁਅਰਥਕ ਸ਼ਬਦਾਂ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਆਦਿ ਦੇ ਨਿਯਮਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਠੀਕ ਹੈ, ਸੋ ਇਹ ਸੀ ਪੰਜਾਬੀ ਵਿਆਕਰਣ ਦੇ ਜਿਹੜੇ 4 ਭਾਗ ਹਨ। ਇਹਨਾਂ ਨੂੰ ਆਪਾਂ ਅਗਲੀਆਂ ਵੀਡੀਓਜ਼ ਦੇ ਵਿੱਚ ਅਲੱਗ-ਅਲੱਗ ਡਿਸਕਸ ਕਰਕੇ ਪੂਰੀ ਡਿਟੇਲ ਨਾਲ ਇਹਨਾਂ ਨੂੰ ਸਿੱਖਾਂਗੇ। ਠੀਕ ਹੈ ਬੇਟਾ, ਸੋ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਹੈ ਔਰ ਸਮਝਣਾ ਹੈ। ਥੈਂਕ ਯੂ ਬੇਟਾ।